ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਪਿਛਲੀ ਕਲਾਸ ਵਿੱਚ ਅੰਗ ਸੰਗ ਕਹਾਣੀ ਇੱਥੇ ਤੱਕ ਪੜ੍ਹੀ ਸੀ ਕਿ ਕਰਤਾਰ ਸਿੰਘ ਨੂੰ ਅਮਰੀਕ ਸਿੰਘ ਨਾਲ ਵੀ ਗੁੱਸਾ ਹੈ। ਉਹਨੂੰ ਕਹਿੰਦਾ ਹੈ ਕਿ ਉਹਨੇ ਕਦੇ ਵੀ ਤਨਖਾਹ ਉਹਦੇ ਹੱਥ 'ਤੇ ਨਹੀਂ ਰੱਖੀ, ਭਾਵ ਉਹਨੂੰ ਨਹੀਂ ਦਿੱਤੀ। ਉਹਨੂੰ ਕਹਿੰਦਾ ਕਿ ਤੂੰ ਐਵੇਂ ਹੀ ਵੱਡਾ ਸਿਆਣਾ ਬਣਿਆ ਫਿਰਦਾ ਹੈ, ਕਦੇ ਮੈਨੂੰ ਆਪਣੀ ਤਨਖਾਹ ਵੀ ਨਹੀਂ ਦਿੱਤੀ। ਅਮਰੀਕ ਚੁੱਪ ਕਰ ਗਿਆ ਸੀ ਇਹ ਗੱਲ ਸੁਣ ਕੇ, ਕਿਉਂਕਿ ਉਹਨੂੰ ਪਤਾ ਸੀ ਕਿ ਉਹ ਜਿਹੜੀ ਅੱਧੀ ਤਨਖਾਹ ਹੈ ਚਾਹੇ ਉਹ ਘਰ ਹੀ ਦਿੰਦਾ, ਪਰ ਫਿਰ ਵੀ ਕਰਤਾਰ ਨੂੰ ਐਂ ਲੱਗਦਾ ਸੀ ਕਿ ਉਹ ਤਨਖਾਹ ਉਹ ਆਪਣੀ ਮਾਂ ਨੂੰ ਦਿੰਦਾ ਹੈ, ਮੈਨੂੰ ਕੁਝ ਵੀ ਨਹੀਂ ਦਿੰਦਾ, ਇਸ ਲਈ ਉਸ ਨੂੰ ਕਿਉਂ ਰੋਕਦਾ ਹੈ। ਆਓ ਕਹਾਣੀ ਅੱਗੇ ਪੜ੍ਹੀਏ। ਵੇ ਪੁੱਤਾ ਤੇਰੀ ਆਈ ਮੈਂ ਮਰ ਜਾਂਦੀ, ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਆ। ਮੰਜੀ ਉੱਤੇ ਪਈ ਉਸਦੀ ਮਾਂ ਇਹ ਸੋਚ ਕੇ ਦੁਖੀ ਹੋ ਰਹੀ ਹੈ ਕਿ ਉਹਦਾ ਪੁੱਤਰ ਮਰ ਗਿਆ, ਅਤੇ ਉਹ ਸਭ ਨੂੰ ਸੁਣਾਉਂਦੀ ਹੈ, ਵੇ ਮੇਰਿਆ ਛਿੰਦਿਆ ਪੁੱਤਾ, ਵੇ ਮੇਰੇ ਸਿਆਣਿਆ ਪੁੱਤਾ, ਮੈਨੂੰ ਤੂੰ ਦੁਖੀ ਹੋਣ ਨੂੰ ਛੱਡ ਗਿਆ ਹੈ। ਉਹ ਕਰਤਾਰ ਸਿੰਘ ਦੀ ਮਾਂ ਮੰਜੀਆਂ 'ਤੇ ਹੱਡੀਆਂ ਦੀ ਮੁੱਠੀ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ, ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਨੂੰ ਦੁਖੀ ਹੋਣ ਲਈ ਛੱਡ ਗਿਆ ਹੈ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ। ਦੂਸਰੀਆਂ ਮੰਜੀਆਂ 'ਤੇ ਉਹਦੀਆਂ ਧੀਆਂ ਵੱਡੀਆਂ ਜਿਹੜੀਆਂ ਵਿਆਹੀਆਂ ਹੋਈਆਂ ਸੀ ਉਹ ਪਈਆਂ ਸਨ, ਅਤੇ ਉਹਨਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਹੈ ਕਮਲੀਆਂ ਤੁਸੀਂ ਕਿਉਂ ਰੋਂਦੀਆਂ ਜੇ? ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਲਿਆ। ਚੁੱਪ ਕਰਾਉਣ ਲਈ ਗੱਲ ਨਾਲ ਲਾ ਲਿਆ ਜਗੀਰ ਕੌਰ ਨੇ, ਅਮਰੀਕ ਦੀ ਮਾਂ ਨੇ, ਅਤੇ ਧੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਕਿਉਂ ਰੋਂਦੀਆਂ ਹੋ? ਇਹਨਾਂ ਦੀ ਸੁੱਖ ਮੰਗੋ, ਆਪਣੇ ਭਰਾਵਾਂ ਦੀ ਸੁੱਖ ਮੰਗੋ। ਤੁਹਾਨੂੰ ਦੋਨੋਂ ਤਾਂ ਉਹ ਵਿਆਹ ਗਿਆ, ਆ ਜਿਹੜੀ ਨਿੱਕੀ ਅਜੇ ਰਹਿੰਦੀ ਆ, ਅਤੇ ਆਹ ਫੂ ਭਰ ਛੋਟਾ ਜਿਹਾ ਮੁੰਡਾ, ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਸੌਂ ਕੇ ਦਿਨ ਕਦੋਂ ਚੜ੍ਹਦਾ, ਵੀ ਜਿਹੜਾ ਹਜੇ ਇੰਨਾ ਛੋਟਾ ਹੈ ਕਿ ਜਿਹਨੂੰ ਆਈ ਨਹੀਂ ਪਤਾ ਕਿ ਦਿਨ ਕਦੋਂ ਚੜ੍ਹਦਾ ਹੈ, ਸੌਂਦਾ ਤਾਂ ਵਿਚਾਰਾ ਉਦਣ ਦਾ ਹਲਾਂ ਮਗਰ ਖੁੱਚਾਂ ਤੜਾਉਂਦਾ, ਅਤੇ ਉਹ ਵਿਚਾਰਾ ਖੇਤਾਂ ਵਿੱਚ ਵਾਹੀ ਕਰਦਾ ਫਿਰਦਾ। ਇੰਝ ਉਹਨਾਂ ਦਾ ਦਿਲ ਰੱਖਣ ਲਈ ਉਹ ਗੱਲਾਂ ਕਰਦੀ ਹੈ, ਅਤੇ ਆਪ ਵੀ ਰੋਣ ਲੱਗ ਪਈ। ਹੌਸਲਾ ਦਿੰਦੀ ਉਹ ਫਿੱਸ ਪਈ ਰੋਣ ਲੱਗ ਪੈਂਦੀ ਹੈ। ਨੀ ਬੀਬੀ, ਸਾਨੂੰ ਆਇਆਂ ਨੂੰ ਸਿਰ 'ਤੇ ਪਿਆਰ ਦੇ ਕੇ ਕੌਣ ਗੱਲ ਆਇਆ ਕਰੂ? ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ? ਵੱਡੀ ਕੁੜੀ ਦੀ ਲੇਰ ਨਿਕਲ ਗਈ, ਉਹਦਾ ਰੋਣਾ ਨਿਕਲ ਗਿਆ ਉੱਚੀ ਉੱਚੀ ਕਿ ਸਾਨੂੰ ਪਿਆਰ ਕੌਣ ਕਰਿਆ ਕਰੂ? ਅਮਰੀਕ ਗੁੰਮ ਸੁੰਮ ਹੋਇਆ ਬੈਠਾ ਰਿਹਾ। ਅਮਰੀਕ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਚੁੱਪ ਕਰਾਵੇ। ਉਹਦਾ ਜੀਅ ਕੀਤਾ ਉਹਨਾਂ ਨੂੰ ਚੁੱਪ ਕਰਾਵੇ, ਪਰ ਉਹ ਮਹਿਸੂਸ ਕੀਤਾ ਕਿ ਜੇ ਉਹ ਬੋਲਿਆ ਤਾਂ ਉਸਦਾ ਰੋਣਾ ਨਿਕਲ ਆਏਗਾ, ਉਹ ਵੀ ਰੋ ਪਏਗਾ। ਇਹ ਵੀ ਕੀ ਵਕਤ ਪਾ ਗਿਆ ਉਸਦਾ ਪਿਓ, ਮਤਲਬ ਇਹ ਕਿਸ ਮੁਸੀਬਤ ਵਿੱਚ ਪਾ ਗਿਆ ਉਸਦਾ ਪਿਓ। ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ, ਜਿਵੇਂ ਕੋਈ ਇਮਾਰਤ ਹੋਵੇ ਅਤੇ ਉਹਦਾ ਕੋਈ ਪਿੱਲਰ ਨੀਚੋਂ ਖਿਸਕ ਜੇ ਅਤੇ ਸਾਰੀ ਇਮਾਰਤ ਡੋਲ ਰਹੀ ਹੋਵੇ, ਤਾਂ ਸਾਰੀ ਬਿਲਡਿੰਗ ਹਿੱਲ ਜਾਂਦੀ ਹੈ। ਉਹ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ, ਅਤੇ ਉਹ ਨਿਤਾਣਾ ਬੇਬਸ ਜਿਹਾ ਹੋ ਕੇ ਫਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਉਹ ਇੱਧਰ ਉੱਧਰ ਧਿਆਨ ਕਰਕੇ ਆਪਣਾ ਦੂਸਰੇ ਪਾਸੇ ਮਨ ਲਾ ਕੇ ਇਸ ਦੁੱਖ ਤੋਂ ਬਾਹਰ ਆਉਣਾ ਚਾਹੁੰਦਾ ਸੀ। ਪਰਿਵਾਰ ਦੇ ਸਾਰੇ ਜੀਅ ਵਾਰ-ਵਾਰ ਉਸ ਦੀਆਂ ਨਜ਼ਰਾਂ ਅੱਗੋਂ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਆ ਪਈ। ਭੈਣਾਂ ਨਾਲ ਭਰਾ ਦੇ ਨਾਲ ਪਿਓ ਦੀ ਥਾਂ ਵਰਤਣਾ ਸੀ। ਭੈਣਾਂ ਨਾਲ ਉਹਨੇ ਭਰਾ ਦਾ ਰਿਸ਼ਤਾ ਤਾਂ ਨਿਭਾਉਣਾ ਸੀ, ਅਤੇ ਪਿਓ ਵਾਲੇ ਫਰਜ਼ ਵੀ ਅਦਾ ਕਰਨੇ ਸੀ। ਜੋ ਅਜੇ ਪੜ੍ਹਦੀ ਸੀ, ਛੋਟੀ ਭੈਣ ਜਿਹੜੀ ਹਜੇ ਪੜ੍ਹਦੀ ਸੀ, ਪੜ੍ਹਾਉਣਾ ਸੀ, ਵਿਆਹੁਣਾ ਸੀ, ਮਾਂ ਦਾ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ, ਅਤੇ ਇਹ ਖਿਆਲ ਰੱਖਦਿਆਂ ਹੋਇਆਂ ਵੀ ਉਸਨੇ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਇਹਤਿਆਤ ਸਾਵਧਾਨੀ ਤੋਂ ਕੰਮ ਲੈਣਾ ਸੀ। ਭੈਣਾਂ ਦੇ ਕਿਸੇ ਕਾਰਜ 'ਤੇ ਨਾ ਗਿਆ, ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ, ਉਹਨਾਂ ਦੀ ਵੀ ਅਤੇ ਲੋਕਾਂ ਦਾ ਵੀ ਆਖਣਾ ਸੀ ਕਿ ਵੱਡਾ ਭਰਾ ਹੀ ਹੈ ਨਾ, ਕਿਤੇ ਪਿਓ ਜਿਉਂਦਾ ਹੁੰਦਾ
ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਹੁੰਦੀ। ਉਹਨੂੰ ਐ ਸੀ ਕਿ ਜੇ ਛੋਟਿਆਂ ਨਾਲ ਕੋਈ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ, ਭਾਵ ਦੁੱਖ ਸੁੱਖ ਹੋ ਜਾਂਦਾ ਹੈ, ਤਾਂ ਲੋਕ ਵੀ ਇਹੀ ਕਹਿਣਗੇ ਨਾ ਕਿ ਵੱਡਾ ਭਰਾ ਸੀ। ਜੇ ਪਿਓ ਜੋ ਜਿੰਦਾ ਹੁੰਦਾ ਤਾਂ ਇਸ ਤਰ੍ਹਾਂ ਤਾਂ ਨਾ ਹੁੰਦਾ ਇਹਨਾਂ ਨਾਲ। ਮਾਂ ਨੂੰ ਵੀ ਮਹਿਸੂਸ ਨਹੀਂ ਸੀ ਹੋਣ ਦੇਣਾ, ਨਹੀਂ ਤਾਂ ਉਸਨੂੰ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਵਾਰ-ਵਾਰ ਯਾਦ ਆਉਣੀਆਂ ਸਨ। ਭੈਣੇ, ਤੇਰਾ ਤਾਂ ਰਾਜ ਖੁੱਸ ਗਿਆ। ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ, ਵਰਤਦੀ ਸੈਂ। ਵੀ ਜਦੋਂ ਇਹਦਾ ਪਿਓ ਜਿੰਦਾ ਸੀ ਉਦੋਂ ਤੇਰੀ ਆਪਣੀ ਮਰਜ਼ੀ ਸੀ, ਤੇਰਾ ਆਪਣਾ ਸ਼ਾਸਨ ਸੀ ਘਰ 'ਤੇ। ਹੁਣ ਸੁੱਖ ਨਾਲ ਭਾਵੇਂ ਸੁਲੱਗ ਹੈ, ਸੁਲੱਗ ਚੰਗੇ ਲੱਗਣ ਵਾਲੇ ਅੱਛੇ ਹਨ, ਪਰ ਹਰ ਗੱਲੋਂ ਮੁੰਡਿਆਂ ਦੇ ਹੱਥ ਵੱਲ ਵੇਖੇਂਗੀ। ਪਰ ਤੈਨੂੰ ਹਰ ਚੀਜ਼ ਲਈ ਮੁੰਡਿਆਂ 'ਤੇ ਡਿਪੈਂਡ ਰਹਿਣਾ ਪਏਗਾ। ਸਿਰ ਦੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ। ਮਤਲਬ ਤੇਰੇ ਘਰ ਵਾਲੇ ਨਾਲ ਤਾਂ ਤੇਰੀ ਇਹ ਜਿਹੜੀ ਸਰਦਾਰੀ ਸੀ, ਭਾਵ ਤੂੰ ਮੁਖੀਆ ਸੀ ਘਰ ਦੀ, ਉਹ ਵੀ ਤੇਰਾ ਹੱਕ ਖਤਮ ਹੋ ਗਿਆ। ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਇਹ ਸਾਰੇ ਫਰਜ਼ ਨਿਭਾਉਣ ਲਈ ਕੀ ਸੀ? ਪੈਸੇ ਦੀ ਜ਼ਰੂਰਤ ਸੀ। ਅਮਰੀਕ ਸੋਚਦਾ ਸੀ ਕਿ ਉਹ ਹੁਣ ਆਪ ਵਾਹੀ ਵੱਲ ਧਿਆਨ ਦੇਵੇਗਾ, ਖੇਤੀ ਵੱਲ ਧਿਆਨ ਦੇਵੇਗਾ, ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ, ਤਾਂ ਹੀ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ। 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ 'ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਜਦੋਂ ਕੁੜੀਆਂ ਵਿਆਹੀਆਂ ਤਾਂ ਹੋਰ ਜ਼ਮੀਨ ਵੀ ਗਹਿਣੇ ਕਰ ਦਿੱਤੀ, ਭਾਵ ਜ਼ਮੀਨ ਕਿਸੇ ਸ਼ਾਹੂਕਾਰ ਕੋਲ ਰੱਖ ਕੇ ਉਹਦੇ ਬਦਲੇ 'ਚ ਪੈਸੇ ਲੈ ਲਏ। ਉਸਦਾ ਖਿਆਲ ਸੀ ਬਚਦੇ 5-6 ਕਿੱਲਿਆਂ ਵਿੱਚ ਜੇ ਉਹ ਖਾਦ ਆਦਿ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ, ਅਤੇ ਜੇ ਉਹ ਖੁਦ ਖੇਤੀਬਾੜੀ ਕਰਨਗੇ ਤਾਂ ਘਰ ਦਾ ਗੁਜ਼ਾਰਾ ਹੋ ਸਕਦਾ ਹੈ। ਹੁਣ ਉਸ ਦੀ ਸਾਰੀ ਤਨਖਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖਾਹ ਖੇਰੂ ਖੇਰੂ ਹੋ ਜਾਂਦੀ ਸੀ। ਖੇਰੂ ਖਰੂ ਮਤਲਬ ਖਿਲਰ ਜਾਂਦੀ ਸੀ। ਅੱਧੀ ਆਪ ਖਰਚ ਕਰ ਲੈਂਦਾ ਸੀ, ਅੱਧੀ ਮਾਂ ਨੂੰ ਦੇ ਦਿੰਦਾ ਸੀ। ਹੁਣ ਉਹਨੇ ਆਪ ਇਸ ਨੂੰ ਵਰਤਣਾ ਹੈ। ਉਸਨੂੰ ਆਸ ਸੀ, ਉਮੀਦ ਸੀ, ਜੇ ਹੁਣ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਛੁਡਾ ਲੈਣਗੀ। ਛੋਟਾ ਭਰਾ ਜੇ ਖੇਤੀਬਾੜੀ ਵੱਲ ਧਿਆਨ ਦੇਵੇਗਾ ਤਾਂ ਉਹ ਜਿਹੜੀ ਗਹਿਣੇ ਪਈ ਜ਼ਮੀਨ ਹੈ ਉਹ ਛੁਡਵਾ ਸਕਦੇ ਹਨ। ਸਵੇਰੇ ਉਸਨੇ ਨੌਕਰੀ 'ਤੇ ਤੁਰ ਜਾਣਾ ਸੀ, ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ। ਉਸਨੇ ਆਪਣੀ ਜੋਬ 'ਤੇ ਜਾਣਾ ਸੀ, ਇਸ ਲਈ ਉਹਨੇ ਛੋਟੇ ਭਰਾ ਮਹਿੰਦਰ ਨਾਲ ਗੱਲ ਕਰਨੀ ਚਾਹੀ। ਮਹਿੰਦਰਾ, ਤਕੜਾ ਹੋ ਕੇ ਪੈ ਜਾ ਕੰਮ ਨੂੰ, ਤੂੰ ਹਿੰਮਤ ਕਰ ਅਤੇ ਹੌਸਲਾ ਰੱਖ ਕੇ ਕੰਮ ਕਰ। ਮੈਂ ਵੀ ਹਫ਼ਤੇ 10 ਦਿਨ ਹੀ ਗੇੜਾ ਮਾਰ ਜਾਇਆ ਕਰੂੰ। ਮੈਂ ਹਫ਼ਤੇ ਤੋਂ 10 ਦਿਨਾਂ ਤੋਂ ਚੱਕਰ ਮਾਰ ਜਾਇਆ ਕਰੂੰਗਾ। ਉਹ ਜਿਹੜੀ ਜੀਤੇ ਹੋਰਾਂ ਕੋਲ ਪੈਲੀ ਗਹਿਣੇ ਆ, ਉਸ ਲਾਈਨ ਵਾਲੇ ਬਚਦੇ 1.25 ਕਿੱਲੇ 'ਚ ਪੱਠੇ ਬੀਜ ਛੱਡੀ, ਅਤੇ ਜਿਹੜੀ ਜੀਤੇ ਹੋਰਾਂ ਕੋਲ ਜ਼ਮੀਨ ਗਹਿਣੇ ਰੱਖੀ ਹੋਈ ਹੈ ਉਸ ਵਿੱਚ ਪਸ਼ੂਆਂ ਲਈ 1.25 ਕਿੱਲੇ 'ਚ ਮਤਲਬ ਇੱਕ ਤੋਂ ਵੀ ਘੱਟ, ਉਹਦੇ 'ਚ ਪਸ਼ੂਆਂ ਲਈ ਹਰੀ ਘਾਹ ਬੀਜ ਦੇਈਂ। ਮੈਂ ਪਰਸੋਂ ਵੇਖ ਕੇ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ? ਆਪਾਂ ਝੋਨਾ ਵੀ ਲਗਾਵਾਂਗੇ ਉਰਲੀ ਜ਼ਮੀਨ 'ਚ, ਜਿਹੜੀ ਇੱਧਰ ਜ਼ਮੀਨ ਹੈ। ਮਹਿੰਦਰ ਚੁੱਪ ਰਿਹਾ, ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਅਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ। ਇਹ ਜਿਹੜੀ ਸਾਰੀ ਕਹਾਣੀ ਹੈ ਐਂ ਬੀਤ ਰਹੀ ਹੈ ਕਿ ਸਾਰੇ ਸੁੱਤੇ ਹੋਏ ਹੈ। ਇਹ ਸਾਰਾ ਘਟਨਾਕ੍ਰਮ ਉੱਥੇ ਚੱਲ ਰਿਹਾ ਹੈ, ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਫਿਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ, ਉਹ 1.25 ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ। ਕਿ ਉਹ 1.25 ਕਿੱਲਾ ਵੀ ਆਪਾਂ ਗਹਿਣੇ ਕਰ ਦਿੱਤਾ ਹੈ? ਉਹ ਕਿਹੜਾ ਉਤਲਾ? ਆਹੋ। ਕਿਉਂ? ਉਹਦੀ ਆਵਾਜ਼ ਵਿੱਚ ਗੁੱਸਾ ਸੀ। ਹੁਣ ਉਸਨੂੰ ਗੁੱਸਾ ਆ ਗਿਆ। ਆ ਤੇਰੀ ਭੈਣ ਦੀ ਸੱਸ ਦੇ ਇਕੱਠ 'ਤੇ ਜਦੋਂ ਗਏ ਸਾਂ, ਜਦੋਂ ਭੈਣ ਦੀ ਸੱਸ ਮਰੀ ਸੀ ਤਾਂ ਉਹਦੇ ਭੋਗ 'ਤੇ ਗਏ। ਮਾਂ ਦਬੀ ਆਵਾਜ਼ ਵਿੱਚ ਬੋਲੀ, ਹੌਲੀ ਜਿਹੀ ਬੋਲੀ। ਅਮਰੀਕ ਨੇ ਸੋਚਿਆ, ਹੁਣ ਖਿਝਣ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ, ਹੋਣੀ ਕਿਸਮਤ ਸਮਝ ਕੇ ਪੀ ਗਿਆ ਕਿ ਜੇ ਸ਼ਾਇਦ ਧਿਆਨ ਦਿੰਦਾ ਤਾਂ ਜ਼ਮੀਨ ਬਚ ਸਕਦੀ ਸੀ। ਅਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ, ਅਤੇ ਪਿੱਛੇ ਜ਼ਮੀਨ ਕਿਹੜੀ ਰਹਿ ਗਈ? ਉਸਨੇ ਜਿਵੇਂ ਖਿਲਾ ਨੂੰ ਪੁੱਛਿਆ ਹੋਵੇ, ਜਿਵੇਂ ਉਹਨੇ ਆਪਣੇ
ਖਿਆਲ ਨੂੰ ਹੀ ਪੁੱਛਿਆ, ਕੋਈ ਜਵਾਬ ਨਾ ਆਇਆ। ਉਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਕਿਤੇ ਖਾਦ ਪਾਉਂਦੇ ਰਹੇ ਜੇ। ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ। ਆਪਣੇ ਆਪ ਨਾਲ ਉਹਨੇ ਗੱਲ ਕੀਤੀ ਕਿ ਉਧਰੋਂ ਖਾਦ ਦੇ ਵੀ ਪੈਸੇ ਦੇਣੇ ਹੈ। ਉਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਖਾਦ ਜੇ ਪਾਉਂਦੇ ਸੀ ਤਾਂ ਫਸਲ ਤਾਂ ਨਹੀਂ ਹੋਈ ਖਾਣ ਜੋਗੀ ਵੀ, ਤਾਂ ਉਹ ਖਾਦ ਗਈ ਕਿੱਥੇ? ਮਤਲਬ ਖਾਦ ਕੰਮ ਹੀ ਨਹੀਂ ਆਈ। ਉਹ ਖਾਦ ਤਾਂ ਅੱਗੇ ਨਗਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ, ਖੇਤਾਂ 'ਚ ਕਿੱਥੇ ਪਾਈ ਸੀ? ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਲੱਗਦਾ ਸੀ ਨਿਰਲੇਪਤਾ ਸੀ ਜਾਂ ਕੁੜੱਤਣ। ਤੇ ਮਹਿੰਦਰ ਪਹਿਲੀ ਵਾਰ ਬੋਲਿਆ ਇਸ ਗੱਲ ਦਾ ਜਵਾਬ ਦੇਣ ਲਈ ਕਿ ਖਾਦ ਜਿਹੜੀ ਲਿਆਂਦੀ ਸੀ ਨਾ, ਉਹ ਤਾਂ ਨਗਦ ਹੀ ਵੇਚਦੀ ਸੀ, ਪੈਸੇ ਉਹਦੇ ਵਰਤੇ ਗਏ। ਤੇ ਜਦੋਂ ਉਹ ਇਹ ਗੱਲ ਕਰ ਰਿਹਾ ਸੀ ਮਹਿੰਦਰ, ਤਾਂ ਪਤਾ ਨਹੀਂ ਉਹਦੀ ਆਵਾਜ਼ 'ਚ ਕੜਵਾਹਟ ਸੀ ਜਾਂ ਉਹ ਇਹਨਾਂ ਸਾਰੀਆਂ ਚੀਜ਼ਾਂ, ਨਿਰਲੇਪਤਾ ਮਤਲਬ ਵੱਖ ਹੋਣਾ ਚਾਹੁੰਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ, ਗੁੱਸਾ ਆਇਆ। ਮੈਂ ਕਹਿੰਦਾ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੇ? ਮਾਤਾ ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ। ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬਮਾ ਜਿਹਾ ਗੁੱਸਾ ਸੀ। ਤੁਹਾਨੂੰ ਮਾਂ ਪ੍ਰਤੀ ਵੀ ਉਹਨੂੰ ਅੰਦਰੋਂ ਅੰਦਰ ਹੀ ਕੁਛ ਦਬਿਆ ਹੋਇਆ ਗੁੱਸਾ ਸੀ ਕਿ ਤੁਸੀਂ ਇੰਨੇ ਪੈਸੇ ਵਰਤੇ ਕਿੱਥੇ? ਮਾਂ ਨੇ ਸਾਰੀਆਂ ਗੱਲਾਂ ਉਸ ਤੋਂ ਲੁਕੋਈਆਂ ਕਿਉਂ? ਮੈਂ ਕੀ ਲੁਕਾਉਂਦੀ ਰਹੀ ਹਾਂ? ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਮਾਂ ਅੱਗੋਂ ਕਹਿੰਦੀ ਹੈ ਕਿ ਮੈਂ ਤਾਂ ਕੁਛ ਨਹੀਂ ਲੁਕੋਇਆ, ਤੂੰ ਹੀ ਘਰ ਨਾਲੋਂ ਨਾਤਾ ਤੋੜਿਆ ਸੀ। ਖਹਿੜਾ ਛੱਡਣਾ ਨਾਤਾ ਤੋੜ ਰੱਖਿਆ ਸੀ। ਉਹ ਮਨਮਰਜ਼ੀ ਕਰਦਾ ਸੀ, ਤੇਰਾ ਪਿਓ ਆਪਣੇ ਮਨ ਦੀ ਇੱਛਾ ਪੂਰੀ ਕਰਦਾ ਸੀ। ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਤੁਰਦਾ ਸੀ। ਜਿਹੜਾ ਉਹ ਨਸ਼ਾ ਕਰਦਾ ਸੀ, ਉਹਦਾ ਸਾਰਾ ਖਰਚਾ ਕੌਣ ਪੂਰਾ ਕਰਦਾ ਸੀ? ਤੂੰ ਅਣਜਾਣ ਨਾ ਬਣ, ਇਹ ਸਭ ਤੈਨੂੰ ਵੀ ਪਤਾ ਹੈ। ਉਹ ਦੰਦ ਘੁੱਟੀ ਲੰਮਾ ਪਿਆ ਰਿਹਾ। ਉਹ ਗੁੱਸੇ ਨੂੰ ਕੰਟਰੋਲ ਕਰਦਾ ਹੋਇਆ ਦੰਦ ਭੀਚ ਕੇ ਪਿਆ ਰਿਹਾ। ਇੰਨਾ ਪੈਸਾ ਉਹ ਕਿਵੇਂ ਉਤਾਰੇਗਾ? ਵਾਹੀ ਕਿਵੇਂ ਤੋਰੇਗਾ? ਝੋਨੇ ਲਈ ਖਾਦ ਵੀ ਚਾਹੀਦੀ ਆ। ਖੇਤੀਬਾੜੀ ਕਿਵੇਂ ਕਰੇਗਾ? ਝੋਨਾ ਲਾਉਣ ਲਈ ਖਾਦ ਵੀ ਚਾਹੀਦੀ ਹੈ। ਮੱਖਣ ਸਹੁੰ ਵੀ ਇੱਕ ਪਰ ਨੋਟ ਲਈ ਫਿਰਦਾ ਸੀ। ਮੱਖਣ ਸਿੰਘ ਇੱਕ ਹੋਰ ਬੰਦਾ ਹੈ, ਉਹ ਸਰਕਾਰੀ ਕਾਗਜ਼ ਲਈ ਫਿਰਦਾ ਸੀ ਪਰ ਨੋਟ। ਮੈਨੂੰ ਵਿਖਾਉਂਦਾ ਸੀ ਭਾਈਏ ਨੇ ਉਸ ਤੋਂ ਵੀ 500 ਰੁਪਈਆ ਵਿਆਜੀ ਫੜਿਆ ਹੋਇਆ ਜੇ। ਉਹਦੇ ਪਿਓ ਨੇ ਉਸ ਕੋਲੋਂ ਵੀ 500 ਰੁਪਇਆ ਲਿੱਤਾ ਹੋਇਆ ਸੀ ਤੇ ਉਹਨੇ ਲਿਖਤੀ ਕਾਰਵਾਈ ਕੀਤੀ ਹੋਈ ਸੀ। ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ, ਤੇ ਮੈਨੂੰ ਕਹਿ ਰਿਹਾ ਸੀ ਕਿ ਜਦੋਂ ਇਹ ਸਾਰਾ ਕੁਛ ਨਿਬੜ ਗਿਆ, ਭੋਗ ਵਗੈਰਾ 17 ਦਿਨਾਂ ਤੋਂ ਪਿੱਛੋਂ, ਫਿਰ ਹੀ ਗੱਲ ਕਰੂੰ। ਜਦੋਂ ਭੱਗ ਭੁੱਗ ਬਣੀ, ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਕੁਛ ਪਟਕ ਕੇ ਮਾਰੀਦਾ। ਇੱਕ ਹੋਰ ਜਿਹੜਾ ਰਹੱਸ ਖੁੱਲ੍ਹਿਆ ਜਿਵੇਂ ਮੱਥੇ ਵਿੱਚ ਕੋਈ ਪਟਕ ਕੇ ਠਾ ਦਿਨੇ, ਮਤਲਬ ਜ਼ੋਰ ਦੀ ਕੋਈ ਚੀਜ਼ ਮਾਰਦਾ ਹੈ। ਲਓ ਹੋਰ ਸੁਣ ਲਓ, ਮੈਂ ਆਨਾ ਸਭ ਪਾਸੇ ਦੇਣਾ ਹੀ ਦੇਣਾ ਹੈ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ, ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਪਹਿਲਾਂ ਤਾਂ ਉਹਨੂੰ ਬਹੁਤ ਗੁੱਸਾ ਆਇਆ, ਫਿਰ ਉਹ ਠੰਡਾ ਹੋ ਗਿਆ। ਉਸ ਸੋਚਿਆ ਇਸ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਹੈ। ਆਪਣੇ ਆਪ ਨੂੰ ਸਮਝਾਇਆ ਕਿ ਇਹ ਤਾਂ ਕਬੂਲ ਕਰਨਾ ਹੀ ਪਏਗਾ। ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ ਇੱਕ ਵਾਰ ਦੱਸ ਦਿਓ ਕਿਹਦਾ ਕੀ ਦੇਣਾ ਹੈ, ਕਿ ਮੈਨੂੰ ਇੱਕ ਵਾਰ 'ਚ ਹੀ ਇਹ ਸਾਰਾ ਕੁਛ ਸਮਝਾ ਦਿਓ ਕਿ ਕਿਸ ਦਾ ਕੀ ਕੁਝ ਦੇਣਾ ਹੈ। ਹੌਲੀ ਹੌਲੀ ਕਿਉਂ ਲੱਗੇ ਹੋ? ਹੌਲੀ ਹੌਲੀ ਮੈਨੂੰ ਇਹ ਕਿਉਂ ਦੱਸ ਰਹੇ ਹੋ? ਤੇ ਫਿਰ ਉਹ ਆਪ ਹੀ ਬੋਲਿਆ, ਨਾਲੇ ਘਰ ਗਵਾਇਆ ਨਾਲੇ ਭੜੂਆ ਖਵਾਇਆ। ਕਹਿੰਦਾ ਕਿ ਨਾਲੇ ਤਾਂ ਪੈਸੇ ਦਾ ਨੁਕਸਾਨ ਕੀਤਾ, ਸਾਰੀ ਜ਼ਮੀਨ ਗਹਿਣੇ ਧਰਤੀ, ਨਾਲੇ ਮੂਰਖ ਖਵਾਇਆ, ਭੜੂਆ ਮੂਰਖ। ਲੋਕੀ 100 ਗੱਲਾਂ ਕਰਦੇ ਨੇ। ਧਰਮ ਨਾਲ ਜੀਅ ਕਰਦਾ ਧਰਤੀ 'ਚ ਨਿੱਘਰ ਜਾਈਏ। ਦਿਲ ਕਰਦਾ ਹੈ ਕਿ ਧਰਤੀ ਦੇ ਵਿੱਚ ਹੀ ਗਰਕ ਹੋ ਜਾਈਏ, ਮਤਲਬ ਗੱਡ ਜਾਈਏ। ਉਹ ਪੀ ਕੇ ਉਸ ਮੋੜ 'ਤੇ ਪਿਆ, ਕਦੇ ਉਸ ਮੋੜ 'ਤੇ। ਸ਼ਰਾਬ ਪੀ ਕੇ ਕਦੇ ਉਹ ਉਸ ਮੋੜ 'ਤੇ ਪਿਆ ਹੁੰਦਾ ਸੀ ਡਿੱਗਿਆ, ਕਦੇ ਉਸ ਮੋੜ 'ਤੇ।
ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ। ਬਦਨਾਮੀ ਵਾਲੀ ਗੱਲ ਸੁਣ ਕੇ ਵੱਡੀ ਕੁੜੀ ਬੋਲ ਪਈ, ਸੱਚੀ ਭਾਜੀ ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ, ਅਸੀਂ ਤਾਂ ਤੁਹਾਨੂੰ ਗੱਲ ਹੀ ਨਹੀਂ ਕਰਦੇ ਸੀ। ਭਾਈਆ ਤਾਂ ਹੁਣ ਸੱਚੀ ਪੁੱਠੇ ਕੰਮੀ ਉੱਤਰ ਆਇਆ ਸੀ। ਪਿਤਾ ਜੀ ਤਾਂ ਹੁਣ ਮਾੜੇ ਕੰਮ ਕਰਨ ਲੱਗ ਪਏ ਸਨ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੰਚਲ ਕਲੀ ਵਾਲੇ ਨੂੰ ਵੇਚ ਦਿੱਤਾ। ਚੰਚਲ ਜੋ ਭਾਂਡਿਆਂ ਨੂੰ ਕਲੀ ਕਰਦਾ ਹੈ, ਉਹਨੂੰ ਪਤੀਲਾ ਵੇਚ ਆਏ। ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ, ਫਿਰ ਚੰਚਲ ਤੋਂ ਮੋੜ ਕੇ ਲਿਆਂਦਾ ਪੈਸੇ ਦੇ ਕੇ। ਪੈਸੇ ਦਿੱਤੇ ਉਸ ਕਲੀ ਵਾਲੇ ਨੂੰ ਅਤੇ ਮੋੜ ਕੇ ਲਿਆਂਦਾ ਪਤੀਲਾ। ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਿਆ। ਇਹ ਗੱਲ ਸੁਣ ਕੇ ਨਾ ਅਮਰੀਕ ਨੂੰ ਝਟਕਾ ਜਿਹਾ ਲੱਗਿਆ। ਉਹ ਸੋਚਿਆ, ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿਖਾਉਂਦਾ, ਕਿ ਜੇ ਲੋਕਾਂ ਵਿੱਚ ਇਹ ਗੱਲ ਚਲੀ ਜਾਂਦੀ ਤਾਂ ਕਿਸੇ ਨੂੰ ਫੇਸ ਹੀ ਨਹੀਂ ਕਰ ਸਕਣਾ ਸੀ, ਸਾਹਮਣਾ ਹੀ ਨਹੀਂ ਕਰ ਸਕਣਾ ਸੀ ਲੋਕਾਂ ਦਾ। ਹੋ ਸਕਦਾ ਸੀ ਉਸਦਾ ਪਿਓ ਘਰ ਤੋਂ ਉਸ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ। ਵੀ ਇੱਕ ਵਾਰ ਤਾਂ ਉਹਨੇ ਘਰ ਦੇ ਭਾਂਡੇ ਚੁੱਕਣੇ ਵੇਚਣੇ ਸ਼ੁਰੂ ਕੀਤੇ, ਹੋ ਸਕਦਾ ਇੱਦੋਂ ਪਿੱਛੋਂ ਉਹ ਲੋਕਾਂ ਦੇ ਭਾਂਡੇ ਵੀ ਵੇਚਦਾ ਜੇ ਉਹਨੂੰ ਪੈਸਾ ਨਾ ਮਿਲਦਾ ਤਾਂ ਘਰੋਂ। ਇਹ ਸਭ ਕੁਝ ਸੋਚਦਿਆਂ ਹੀ ਜਿਵੇਂ ਉਹ ਨਮੋਸ਼ੀ ਵਿੱਚ ਗਰਕ ਹੁੰਦਾ ਗਿਆ। ਇਹ ਸਭ ਕੁਝ ਸੋਚ ਕੇ ਹੀ ਉਹ ਸ਼ਰਮਸ਼ਾਰ ਹੁੰਦਾ ਰਿਹਾ। ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੰਚਲ ਦੀ ਹੱਟੀ 'ਤੇ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ। ਉਹ ਹੋਰ ਵੀ ਨਸ਼ੇ ਕਰਦਾ ਸੀ। ਫੀਮ ਦੀ ਥਾਂ 'ਤੇ ਉਹ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਗਿਆ ਸੀ। ਉਹ ਬੀੜਾ ਜਿਹਾ ਵੀ ਲੈਂਦਾ ਸੀ ਅਤੇ ਉਹ ਬੀੜੀ ਸਿਗਰਟ ਵੀ ਪੀਣ ਲੱਗ ਪਿਆ ਸੀ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦਾ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ। ਵੀ ਕੁਛ ਚੀਜ਼ਾਂ ਦਾ ਭੇਤ ਹੀ ਛੁਪਿਆ ਰਹਿਣਾ ਹੀ ਸਹੀ ਹੁੰਦਾ। ਚੰਗਿਆਂ ਨੂੰ ਪਤਾ ਨਹੀਂ ਸੀ, ਇੰਜੋ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਲੋਕਾਂ ਨੂੰ ਵੀ ਉਸਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ। ਅਤੇ ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ, ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਨਹੀਂ ਸੀ, ਇੱਜ਼ਤ ਰਹਿਣੀ ਸੀ ਭਲਾ। ਜੇ ਸਭ ਕੁਛ ਲੋਕਾਂ ਨੂੰ ਪਤਾ ਚੱਲ ਜਾਂਦਾ ਤਾਂ ਉਹਨਾਂ ਦੇ ਪਰਿਵਾਰ ਦੀ ਇੱਜ਼ਤ ਹੀ ਖਤਮ ਹੋ ਜਾਣੀ ਸੀ। ਅੱਗੋਂ ਵੱਡੀ ਕੁੜੀ ਦੇ ਸਾਕ ਟੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਸੀ। ਉਹਦੀ ਆਤਮਾ ਨਾ ਅੰਦਰੋਂ ਪਰੇਸ਼ਾਨ ਸੀ। ਜਦੋਂ ਦਾ ਉਹਨੂੰ ਇਹ ਪਤਾ ਲੱਗਿਆ ਸੀ ਕਿ ਵੱਡੀ ਕੁੜੀ ਦਾ ਰਿਸ਼ਤਾ ਇਸ ਕਰਕੇ ਟੁੱਟਿਆ ਸੀ ਕਿ ਉਹਦਾ ਪਿਓ ਨਸ਼ੇ ਕਰਦਾ ਹੈ। ਇਸ ਗੱਲ ਨੇ ਉਹਦੀ ਆਤਮਾ ਨੂੰ ਪਰੇਸ਼ਾਨ ਕਰ ਰੱਖਿਆ ਸੀ। ਕਿਉਂ ਬੀਬੀ, ਗੱਲ ਠੀਕ ਆ? ਉਸਨੇ ਭਰੇ ਪੀਤੇ ਨੂੰ ਇਤਰਾਜ਼ ਸੀ। ਉਹਦੀ ਮਾਂ ਨੇ ਉਸ ਨੂੰ ਰੁਪਏ ਕਰਜ਼ ਚੁੱਕਣੇ, ਜ਼ਮੀਨ ਗਹਿਣੇ ਪਾਉਣ ਅਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਦੱਸਿਆ? ਠੀਕ ਆ, ਹੋਰ ਝੂਠ ਥੋੜ੍ਹਾ। ਸਭ ਤੋਂ ਛੋਟੀ ਕੁੜੀ ਬੋਲ ਪਈ, ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ ਉਹ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪਾ ਦੇਣੀ ਸੀ ਅਤੇ ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁੰਨ ਠੁੰਨ ਗੋਪਾਲ, ਤਾਂ ਪਿੱਛੇ ਤਾਂ ਕੁਛ ਵੀ ਨਹੀਂ ਬਚਣਾ ਸੀ, ਆਪਾਂ ਤਾਂ ਖਾਲੀ ਹੋ ਜਾਣੇ ਸੀ। ਜੇ ਇਹ ਹਾਲਤ ਰਹਿੰਦੀ ਤਾਂ 2 ਕਿੱਲੇ ਜਿਹੜੀ ਜ਼ਮੀਨ ਬਚੀ ਹੋਈ ਆ ਉਹ ਵੀ ਉਹਨੇ ਗਹਿਣੇ ਰੱਖ ਦੇਣੀ ਸੀ ਅਤੇ ਪੈਸੇ ਲੈ ਲੈਣੇ ਸੀ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਇਹ ਗੱਲ ਕਰਨ ਤੋਂ ਬਾਅਦ ਉਹਨੂੰ ਫੋਕੀ ਜਿਹੀ ਹੱਸੀ ਆਈ ਜਿਹਦਾ ਕੋਈ ਅਰਥ ਨਹੀਂ। ਉਸਦੇ ਹਾਸੇ ਵਿੱਚ ਨਾ ਕੋਈ ਖੁਸ਼ੀ ਸੀ ਅਤੇ ਨਾ ਕੋਈ ਦਰਦ। ਅਜੀਬ ਇਸ ਤਰ੍ਹਾਂ ਦਾ ਬੇਰੰਗ ਹਾਸਾ। ਇਸ ਹੱਸੀ ਦਾ ਕੋਈ ਰੰਗ ਨਹੀਂ ਸੀ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ 1-2 ਜੀਅ ਹੌਲੀ ਹੌਲੀ ਹੱਸੇ। ਇਸ ਗੱਲ ਨੂੰ ਸੁਣ ਕੇ 1-2 ਮੈਂਬਰ ਹੋਰ ਵੀ ਹੱਸੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਹਿੰਦਰ ਦੀ ਕਹੀ ਹੋਈ ਗੱਲ ਨੂੰ ਅੰਦਰੋਂ ਅੰਦਰੀ ਸਰਬਸੰਮਤੀ ਮਤਲਬ ਸਾਰੇ ਹੀ ਕਬੂਲ ਕਰ ਰਹੇ ਸਨ ਅਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਟੁਰ ਜਾਣ 'ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਅਤੇ ਘਰ ਦਾ ਸਾਈਂ, ਘਰ ਦਾ ਮਾਲਕ ਪਿਤਾ ਦੇ ਵੇਲੇ ਸਿਰ, ਸਮੇਂ ਸਿਰ ਮੌਤ ਹੋ ਜਾਣ 'ਤੇ ਜਿਵੇਂ ਸਾਰੇ ਹਲਕਾਪਨ ਮਹਿਸੂਸ ਕਰ ਰਹੇ ਸਨ, ਜਿਵੇਂ ਕੋਈ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਸਨ। ਉਹਨਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ ਕਿ ਉਹਨਾਂ ਦਾ ਪਿਤਾ ਗੁਜ਼ਰ ਗਿਆ। ਥੈਂਕ ਯੂ ਬੇਟਾ।